ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ ਉਨੀ ਕੁ ਵਿਚਾਰ ਕੀਤੀ ਜਾਂਦੀ ਹੈ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਜਿਸ ਦੀ ਵਿਚਾਰ ਆਪਾਂ ਸਾਰੇ ਰਲ ਮਿਲ ਕੇ ਕਰਾਂਗੇ। ਪਾਤਸ਼ਾਹ ਕਹਿੰਦੇ, ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ। ਵੱਡੇ ਵੱਡੇ ਮਹਾਬਲੀ ਯੋਧੇ ਵੀ ਤੈਨੂੰ ਗਾਉਂਦੇ ਹਨ, ਪਰ ਜਾਣਦੇ ਨਹੀਂ ਤੇਰੇ ਬਾਰੇ ਪੂਰੀ ਤਰ੍ਹਾਂ। ਪਰ ਤੈਨੂੰ ਇੱਕ ਸ਼ਕਤੀ ਮੰਨ ਕੇ ਗਾ ਰਹੇ ਹਨ ਕਿ ਪਰਮੇਸ਼ਰ ਇੱਕ ਸ਼ਕਤੀ ਹੈ, ਤੇ ਆਪ ਵੀ ਸ਼ਕਤੀਸ਼ਾਲੀ ਬਣਨ ਦਾ ਪ੍ਰਯੋਜਨ ਕਰਦੇ ਰਹਿੰਦੇ ਹੈ, ਸੰਘਰਸ਼ ਕਰਦੇ ਰਹਿੰਦੇ। ਤੇ ਇਸੇ ਸੰਸਾਰ ਦੇ ਅੰਦਰ ਵੱਡੇ ਵੱਡੇ ਸ਼ਕਤੀਸ਼ਾਲੀ ਚੱਕਰਵਰਤੀ ਰਾਜੇ, ਛਤਰਪਤੀ ਰਾਜੇ ਆਦਿ ਬਣਨਾ ਲੋਚਦੇ ਰਹਿੰਦੇ। ਉਹ ਇਸੇ ਗੱਲ ਨੂੰ ਮੁੱਖ ਰੱਖ ਕੇ ਗਾਉਂਦੇ ਹਨ, ਗਾਵੈ ਜੋਧ ਮਹਾਬਲ ਸੂਰਾ। ਵੱਡੇ ਵੱਡੇ ਮਹਾਬਲੀ ਸੂਰਮੇ ਹਨ। ਗਾਵੈ ਖਾਣੀ ਚਾਰੇ, ਚਾਰ ਖਾਣੀਆਂ ਜੋ ਸਨਾਤਨ ਮਤ ਵਿੱਚ ਮੰਨੀਆਂ ਨੇ। ਪਰ ਪਰਮੇਸ਼ਰ ਵੱਲੋਂ ਜੋ ਫਰਮਾਨ ਹੈ, ਕੇਤੀਆ ਖਾਣੀ ਵੀ ਹੈ, ਵੀ ਪਤਾ ਨਹੀਂ ਕਿੰਨੀਆਂ ਕੁ ਨੇ। ਪਰ ਪਾਤਸ਼ਾਹ ਨੇ ਉਹਨਾਂ ਚਾਰਾਂ ਨੂੰ ਹੀ ਮੰਨ ਲਿਆ ਵੀ ਚਲੋ, ਅੰਡਜ ਜੇਰਜ ਸੇਤਜ ਉਤਪਜ, ਇਹ ਵੀ ਜੀਵ ਤੈਨੂੰ ਗਾ ਰਹੇ ਹਨ। ਭਾਣੇ ਵਿੱਚ ਚੱਲ ਕੇ ਹੀ ਅਗਲੀ ਜੁਨੀ ਵੱਲ ਵੱਧ ਰਹੇ ਹਨ। ਬਸ ਮਨੁੱਖ ਦੀ ਜੁਨੀ ਵਾ ਆਦਮੀ ਦੀ ਜੁਨੀ ਦੇ ਵਿੱਚ ਆ ਕੇ ਫਰਕ ਪੈ ਜਾਂਦਾ ਹੈ। ਇਸ ਜੂਨੀ ਦੇ ਵਿੱਚ ਜੀਵ ਜਾਂ ਤਾਂ ਅੱਗੇ ਜਾ ਸਕਦਾ ਤੇ ਜਾਂ ਫਿਰ ਪਿੱਛੇ। ਜਿਵੇਂ ਪਾਤਸ਼ਾਹ ਗੁਰਬਾਣੀ ਦੇ ਅੰਦਰ ਵੀ ਬਚਨ ਆਖਦੇ ਹਨ ਕਿ 84 ਲੱਖ ਜੂਨ ਸਵਾਈ, ਮਾਨੋ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁੱਕੈ, ਆਏ ਜਾਏ ਦੁੱਖ ਪਾਏ। ਵੀ ਇਹ ਲਾਸਟ ਵਾਰੀ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਐਸ ਮਨੁੱਖਾ ਤਨ ਦੇ ਅੰਦਰ ਸਿਰਫ ਇੱਕੋ ਹੀ ਮਨੁੱਖ ਦਾ ਕੰਮ ਹੈ ਕਿ ਗੋਬਿੰਦ ਨੂੰ ਮਿਲਣਾ। ਜੇ ਉਹ ਨਹੀਂ ਮਿਲ ਹੁੰਦਾ ਤਾਂ ਜੀਵਨ ਅਧੂਰਾ ਹੈ, ਜੇ ਮਿਲਿਆ ਜਾਂਦਾ ਤਾਂ ਜੀਵਨ ਪੂਰਾ ਹੈ। ਜਿੰਨੀ ਇਹ ਜੂਨੀ ਚੰਗੀ ਵੀ ਹੈ, ਉਨੀ ਖਤਰਨਾਕ ਵੀ ਬਹੁਤ ਹੈ। ਇਹ ਗੱਲ ਠੀਕ ਹੈ ਕਿ ਬਾਕੀਆਂ ਜੂਨੀਆਂ ਦੇ ਨਾਲੋਂ ਮਨੁੱਖ ਦੇ ਕੋਲ ਜਿਹੜੀ ਅਕਲ ਹੈ ਵੱਧ ਹੈ। ਖਤਰਨਾਕ ਇਸ ਕਰਕੇ ਹੈ ਕਿ ਅਕਲ ਪੂਰੀ ਨਹੀਂ, ਉਲਝ ਕੇ ਰਹਿ ਜਾਂਦਾ ਹੈ। ਘੱਟ ਅਕਲ ਖਤਰਨਾਕ ਹੁੰਦੀ ਹੈ। ਭਵ ਸਾਗਰ ਤਰਨ ਦੇ ਲਈ ਪੂਰੀ ਬੁੱਧ ਦੇ ਨਾਲ ਹੀ ਭਵ ਸਾਗਰ ਤਰਿਆ ਜਾ ਸਕਦਾ ਹੈ। ਉਹੀ ਅਸਲ ਵਿੱਚ ਯੋਧਾ ਮਹਾਬਲੀ ਸੂਰਮਾ ਹੈ, ਸੱਚਖੰਡ ਦੀ ਦ੍ਰਿਸ਼ਟੀ ਤੋਂ, ਜਿਸ ਨੇ ਮਾਇਆ ਨੂੰ ਖਤਮ ਕਰ ਦਿੱਤਾ, ਜੋ ਭਵ ਸਾਗਰ ਨੂੰ ਤਰ ਗਿਆ। ਜਿਸ ਤਰ੍ਹਾਂ ਸ੍ਰੀ ਭਗਤ ਕਬੀਰ ਸਾਹਿਬ ਜੀ ਸਨ, ਗੁਰੂ ਨਾਨਕ ਸਾਹਿਬ ਜੀ ਸਨ। ਇਸ ਤੋਂ ਥੱਲੇ ਅਕਲ ਵਾਲਾ ਜੀਵ ਤਰਦਾ ਨਹੀਂ, ਸਗੋਂ ਡਰਦਾ ਰਹਿੰਦਾ। ਇਹਨਾਂ ਬਚਨਾਂ ਦੇ ਅੰਦਰ ਅਸਲ ਵਿੱਚ ਪਾਤਸ਼ਾਹ, ਸ਼ਾਇਦ ਮੈਂ ਪਹਿਲਾਂ ਵੀ ਵਿਚਾਰ ਕੀਤੀ ਸੀ, ਵੀ ਬਾਰ-ਬਾਰ ਇਹ ਗੱਲ ਗਾਵਹਿ ਦੀ ਜ਼ਰੂਰ ਕਰਦੇ ਕਿ ਹਰ ਕੋਈ ਆਪਣੀ ਮੱਤ ਦੇ ਅਨੁਸਾਰ ਗਾ ਰਿਹਾ, ਪਰ ਗੁਰ ਕੀ ਮੱਤ ਦੇ ਦੁਆਰਾ ਨਹੀਂ ਗਾ ਰਿਹਾ। ਜਿੰਨਾ ਚਿਰ ਗੁਰ ਕੀ ਮੱਤ ਦੇ ਦੁਆਰਾ ਨਹੀਂ ਗਾਇਆ ਜਾਂਦਾ, ਉਨਾ ਚਿਰ ਅਸਲ ਪਤਾ ਹੀ ਨਹੀਂ ਲੱਗਦਾ, ਉਨਾ ਚਿਰ ਡਰ ਬਣਿਆ ਰਹਿੰਦਾ ਹੈ। ਡਰ ਹੀ ਹੈ ਜਿਹੜਾ, ਭਰਮ ਹੀ ਹੈ ਜਿਹੜਾ
ਜੀਵ ਨੂੰ 84 ਦੇ ਵਿੱਚ ਰੱਖਦਾ ਹੈ, ਜੋਤ ਨੂੰ 84 ਵਿੱਚ ਹੀ ਰੱਖਦਾ ਹੈ। ਅਕਲ, ਪਾਤਸ਼ਾਹ ਨੇ ਬੜਾ ਸੋਹਣਾ ਬਚਨ ਆਖਿਆ ਵੀ ਅਕਲੀ ਸਾਹਿਬ ਸੇਵੀ ਹੈ। ਅਕਲ ਹੋਣੀ ਚਾਹੀਦੀ ਹੈ, ਬੁੱਧ ਹੋਣੀ ਚਾਹੀਦੀ ਹੈ, ਸੁਗਿਆਨ ਹੋਣਾ ਚਾਹੀਦਾ ਜੀਵ ਕੋਲ, ਕਿਉਂਕਿ ਬਾਰੀ ਲਾਸਟ ਹੈ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ। ਅਕਲ ਦੇ ਨਾਲ ਹੀ ਮਾਨ ਮਿਲਦਾ, ਇੱਜ਼ਤ ਮਿਲਦੀ ਹੈ ਸੱਚਖੰਡ ਦੇ ਅੰਦਰ, ਅਕਲ ਤੋਂ ਬਿਨਾਂ ਨਹੀਂ ਹੈ। ਸੋ ਗਾਵਹਿ ਜੋਧ ਮਹਾਬਲ ਸੂਰਾ, ਅਸਲ ਵਿੱਚ ਮਹਾਬਲੀ ਉਸੇ ਨੂੰ ਹੀ ਆਖਿਆ ਜਾਂਦਾ ਹੈ, ਸੂਰਮਾ ਉਸੇ ਨੂੰ ਹੀ ਆਖਿਆ ਜਾਂਦਾ ਹੈ ਸੱਚਖੰਡ ਦੀ ਦ੍ਰਿਸ਼ਟੀ ਤੋਂ, ਜਿਹੜਾ ਹੁਕਮ ਵਿੱਚ ਹੈ, ਜਿਹੜਾ ਭਾਣੇ ਵਿੱਚ ਹੈ। ਜਿਹੜਾ ਸੰਸਾਰੀ ਮਹਾਬਲੀ ਸੂਰਮਾ ਹੈ ਉਹ ਹੰਕਾਰੀ ਹੁੰਦਾ ਹੈ, ਉਹਦੇ ਕੋਲ ਬਾਹੂਬਲ ਹੁੰਦਾ ਹੈ, ਉਸ ਦਾ ਬਾਹੂਬਲ ਤਾਂ ਕੋਈ ਨਾ ਕੋਈ ਤੋੜ ਦਿੰਦਾ, ਪਰ ਜਿਹੜੀ ਗੁਰਮੁਖ ਕੋਲ ਸ਼ਕਤੀ ਹੁੰਦੀ ਹੈ ਉਹਨੂੰ ਕੋਈ ਤੋੜ ਨਹੀਂ ਸਕਦਾ। ਸੋ ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਗਾਵ ਹੈ ਖੰਡ ਮੰਡਲ ਬਰ ਭੰਡਾ, ਕਰ ਕਰ ਰੱਖੇ ਧਾਰੇ। ਬ੍ਰਹਿਮੰਡ ਜੀਵ ਆਤਮਾ ਦੀ ਅਵਸਥਾ ਦਾ ਨਾਮ ਹੈ। ਬ੍ਰਹਮ ਅੰਡ ਭਾਵ ਕਿ ਜਿਹੜੀ ਜੋਤ ਆ ਉਹ ਇੱਕ ਆਂਡੇ ਦੇ ਅੰਦਰ ਬੰਦ ਹੈ, ਭਰਮ ਦੇ ਵਿੱਚ ਬੰਦ ਹੈ, ਬ੍ਰਹਮ ਚੇਤਨ ਹੈ। ਸੋ ਅਸੀਂ ਜਿੰਨੇ ਵੀ ਜੀਵ ਹਾਂ ਅਸੀਂ ਭਰਮ ਦੇ ਆਂਡੇ ਵਿੱਚ ਹਾਂ। ਹੁਣ ਭਰਮ ਦੇ ਆਂਡੇ ਚੋਂ ਬਾਹਰ ਕਿਵੇਂ ਨਿਕਲਿਆ ਜਾਊ? ਗੁਰਪ੍ਰਸਾਦ ਭਰਮ ਕਾ ਨਾਸ। ਗਿਆਨ ਦੀ ਕਿਰਪਾ ਤੋਂ ਬਿਨਾਂ, ਸ੍ਰੇਸ਼ਟ ਅਕਲ ਤੋਂ ਬਿਨਾਂ ਇਸ ਭਵ ਸਾਗਰ ਨੂੰ, ਇਸ ਭਰਮ ਨੂੰ ਨਹੀਂ ਤੋੜਿਆ ਜਾ ਸਕਦਾ। ਜਿਵੇਂ ਪਾਤਸ਼ਾਹ ਕਹਿੰਦੇ ਆ ਫੂਟੋ ਆਂਡਾ ਭਰਮ ਕਾ, ਮਨਹਿ ਪਿਆ ਪ੍ਰਗਾਸ। ਜਦੋਂ ਭਰਮ ਦਾ ਆਂਡਾ ਫੁੱਟ ਜਾਂਦਾ ਹੈ ਤਾਂ ਮਨ ਦੇ ਅੰਦਰ ਹੈ ਜਿਹੜਾ, ਉੱਥੇ ਪ੍ਰਗਾਸ ਹੋ ਜਾਂਦਾ ਹੈ। ਉਨਾ ਚਿਰ ਪ੍ਰਗਾਸ ਨਹੀਂ ਹੁੰਦਾ। ਹੁਣ ਜੇ ਤਾਂ ਆਂਡੇ ਨੂੰ ਕੋਈ ਬਾਹਰੋਂ ਤੋੜੇ, ਜਿਹੜਾ ਬਾਹਰ ਵੀ ਆਂਡੇ ਹੁੰਦੇ ਆ, ਤਾਂ ਉਹ ਆਂਡੇ ਦੇ ਅੰਦਰ ਜੀਵ ਹੈ ਜਿਹੜਾ ਖਤਮ ਹੋ ਜਾਂਦਾ ਹੈ। ਪਰ ਜੇ ਉਸ ਆਂਡੇ ਦੇ ਅੰਦਰ ਜੋਤ ਆਪਣਾ ਸਰੀਰ ਬਣਾ ਕੇ ਆਪ ਆਂਡਾ ਤੋੜੇ, ਫਿਰ ਉਹ ਜੀਵ ਬਾਹਰ ਦੌੜਦਾ। ਇਸੇ ਤਰ੍ਹਾਂ ਹੀ ਹੈ ਜਿਹੜਾ ਭਵ ਸਾਗਰ ਹੈ, ਇਹ ਇੱਕ ਅੰਡ ਹੈ। ਇਸ ਭਵ ਸਾਗਰ ਦੇ ਅੰਦਰ ਜੋਤ ਹੈ। ਜੋਤ ਨੇ ਇਸ ਭਵ ਸਾਗਰ ਨੂੰ ਤੋੜ ਕੇ ਬਾਹਰ ਜਾਣਾ, ਭਾਵ ਕਿ ਇੰਨਾ ਸੁਗਿਆਨ ਪ੍ਰਾਪਤ ਕਰ ਲੈਣਾ ਕਿ ਬ੍ਰਹਮ ਗਿਆਨੀ ਕੇ ਮਨ ਪ੍ਰਗਾਸ ਜੈਸੇ ਧਰ ਉਪਰ ਆਕਾਸ਼, ਪੂਰੀ ਹੋ ਕੇ ਫੇਰੇ ਬਾਹਰ ਜਾ ਸਕਦੀ ਹੈ। ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨ ਖਾਲਸ ਜਾਣੈ। ਤਾਂ ਇਹ ਖਾਲਸ ਹੈ, ਤਾਂ ਇਹ ਸ਼ੁੱਧ ਹੈ ਜੇ ਪੂਰਨ ਬੁੱਧ ਹੈ, ਅਧੂਰੀ ਬੁੱਧ ਵਾਲਾ ਨਹੀਂ। ਸੋ ਪਾਤਸ਼ਾਹ ਕਹਿੰਦੇ ਬਰ ਭੰਡ ਖੰਡ, ਕਿਉਂਕਿ ਮਾਇਆ ਦੇ ਹਿੱਸੇ ਹਨ। ਜਿਹੜਾ ਬਰ ਭੰਡ ਸ਼ਬਦ ਹੈ ਇਹਦਾ ਅਰਥ ਹੋਰ ਹੈ, ਜਿਹੜਾ ਬ੍ਰਹਿਮੰਡ ਹੈ ਇਹਦਾ ਅਰਥ ਹੋਰ ਹੈ। ਜਿਵੇਂ ਗ੍ਰਹਿ ਮੰਡਲ ਕਿਉਂਕਿ ਗੋਲ ਹਨ, ਬਰ ਭੰਡ ਭਾਂਡਾ ਮਾਇਆ ਦਾ। ਆਹ ਜਿਹੜੀ ਮਾਇਆ ਹੈ, ਜੜ ਹੈ, ਇਹਨੂੰ ਬਰ ਭੰਡ ਕਹਿੰਦੇ ਆ। ਬਰ ਭੰਡ ਦੇ ਅੰਦਰ ਬ੍ਰਹਿਮੰਡ ਹੈ, ਮਾਇਆ ਦੇ ਅੰਦਰ ਹੈ ਸਾਡੀ ਜੋਤ ਆਈ ਹੋਈ, ਤੇ ਮਾਇਆ ਹੈਗੀ ਸੱਚ ਦੇ ਅੰਦਰ। ਜਦੋਂ ਜੋਤ ਮਾਇਆ ਨੂੰ ਤੋੜਦੀ ਹੈ ਤਾਂ ਸੱਚ ਦੇ ਨਾਲ ਦਾ ਮਿਲਾਪ ਹੋ ਜਾਂਦਾ ਹੈ। ਜਿੰਨੀ ਵੀ ਇਹ ਰਚਨਾ ਹੈ ਇਹ ਸਭ ਹੁਕਮ ਦੇ ਵਿੱਚ ਹੈ। ਹੁਕਮ ਸੱਚ ਹੈ, ਰਚਨਾ ਮਾਇਆ ਰੂਪ ਹੈ। ਮਾਇਆ ਨੂੰ ਤੋੜ ਕੇ, ਮਾਇਆ ਦੀ ਕੰਧ ਢਾਹ ਕੇ ਜਦੋਂ ਜੀਵ ਬਾਹਰ ਝਾਕਦਾ ਤਾਂ ਬਾਹਰ ਸੱਚ ਹੈ, ਪ੍ਰਕਾਸ਼ ਹੈ। ਮਾਇਆ 'ਚ ਪ੍ਰਕਾਸ਼ ਹੈ, ਮਾਇਆ ਤੋਂ ਪਰੇ ਪ੍ਰਕਾਸ਼ ਹੈ। ਅਸੀਂ ਬਰਭੰਡ ਸ਼ਬਦ ਬ੍ਰਹਿਮੰਡ ਲਈ ਵਰਤੀ ਜਾਂਦੇ ਹਾਂ, ਸਾਡੇ ਸਾਰੇ ਟੀਕਾਕਾਰੀ ਵਰਤਦੇ ਆ, ਜਦ ਕਿ ਬਰਭੰਡ ਇੱਕ ਵੱਖਰਾ ਸ਼ਬਦ ਹੈ, ਬ੍ਰਹਿਮੰਡ ਸ਼ਬਦ ਇੱਕ ਵੱਖਰਾ ਸ਼ਬਦ ਹੈ। ਹੁਣ ਬ੍ਰਹਿਮੰਡ ਭਾਵ ਕਿ ਜਿਹੜਾ ਬ੍ਰਹਮ ਹੈ ਉਹ ਆਂਡੇ ਦੇ ਅੰਦਰ ਹੈ, ਭਰਮ ਦੇ ਆਂਡੇ ਵਿੱਚ ਬੰਦ ਹੈ।
ਦੋ ਫਾੜ ਹੈ। ਇਸ ਕਰਕੇ ਬ੍ਰਹਿਮੰਡ ਲਫ਼ਜ਼ ਚੇਤਨ ਵਾਸਤੇ ਵਰਤਿਆ ਜਾਂਦਾ ਹੈ। ਜਿਵੇਂ ਆਤਮਾ ਹੈ ਜਿਹੜੀ ਉਹ ਦਾਲ ਰੂਪ ਵਿੱਚ ਹੈ, ਦੋ ਹਿੱਸੇ ਨੇ। ਰਾਮ ਕੀ ਅੰਸ਼ ਹੈ, ਅੰਸ਼ ਤਾਂ ਹੁਣ ਛੋਟੀ ਹੁੰਦੀ ਹੈ। ਪਰਮੇਸ਼ਰ ਦਾ ਛੋਟਾ ਅੰਸ਼ ਹੈ। ਇੱਕ ਸੂਰਜ, ਇੱਕ ਉਹਦੀ ਕਿਰਨ ਹੈ। ਹੁਣ ਕਿਰਨ ਨੂੰ ਸੂਰਜ ਥੋੜ੍ਹਾ ਕਹਿ ਦੋਗੇ, ਪਰ ਜੇ ਉਹੀ ਕਿਰਨ ਸੂਰਜ 'ਚ ਸਮਾ ਜਾਂਦੀ ਹੈ ਫਿਰ ਕੋਈ ਕਿਰਨ ਨਹੀਂ ਕਹਿੰਦਾ, ਫਿਰ ਉਹਨੂੰ ਸੂਰਜ ਕਹਿੰਦੇ ਆ। ਇਸੇ ਤਰ੍ਹਾਂ ਪਾਤਸ਼ਾਹ ਨੇ ਲਿਖਿਆ, ਖੰਡ ਮੰਡਲ ਬਰਭੰਡ ਕਿ ਤੈਂ ਇੱਕ ਸੂਤਰ ਵਿੱਚ ਰੱਖੇ ਹੋਏ ਹਨ। ਜਿੰਨੀਆਂ ਵੀ ਧਰਤੀਆਂ ਨੇ, ਜਿੰਨੀਆਂ ਵੀ ਸ੍ਰਿਸ਼ਟੀਆਂ ਨੇ, ਸਾਰੀਆਂ ਹੁਕਮ ਦੇ ਅੰਦਰ ਨੇ, ਤੇਰੇ ਹੁਕਮ ਵਿੱਚ ਹੀ ਚੱਲਦੇ ਹਨ। ਪਰ ਚੇਤਨ ਨਹੀਂ, ਜੜ ਹਨ, ਪਰ ਹੈ ਸਾਰੀ ਜੜ। ਤੇ ਜਿਹੜਾ ਚੇਤਨ ਹੈ, ਚੇਤਨ ਤਾਂ ਆਪਣੀ ਹੋਂਦ ਆਪ ਰੱਖਦਾ ਹੈ। ਤਾਂ ਹੀ ਤਾਂ ਹੈ ਮੇਰੇ ਮਨਾ ਗੁਰਬਾਣੀ ਤੋਂ ਸਮਝ ਸਮਝ ਕੇ ਚੱਲਣਾ ਪਊਗਾ, ਕਿਉਂਕਿ ਸਾਡਾ ਜਿਹੜਾ ਮਨ ਹੈ ਇਹੀ ਤਾਂ ਗੁਰਬਾਣੀ ਦਾ ਵਿਰੋਧ ਕਰਦਾ ਹੈ। ਅਸੀਂ ਜ਼ਰੂਰ ਇਸ ਗੱਲ ਨੂੰ ਮੰਨਦੇ ਹਾਂ ਕਿ ਅਸੀਂ ਗੁਰਬਾਣੀ ਨੂੰ ਮੰਨਦੇ ਹਾਂ। ਅਸੀਂ ਗੁਰਬਾਣੀ ਨੂੰ ਨਹੀਂ ਮੰਨਦੇ, ਅਸੀਂ ਗ੍ਰੰਥ ਨੂੰ ਮੰਨਦੇ ਹਾਂ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਜਿੱਦਣ ਅਸੀਂ ਗੁਰਬਾਣੀ ਨੂੰ ਮੰਨਣ ਲੱਗ ਗਏ ਫਿਰ ਤਾਂ ਜੀਵਨ ਬਦਲ ਜਾਂਦਾ, ਫਿਰ ਤਾਂ ਜੀਵਨ ਉਸੇ ਵੇਲੇ ਬਦਲ ਜਾਣਾ। ਜਦੋਂ ਪਾਣੀ ਦੀ ਘੁੱਟ ਸਾਡੇ ਅੰਦਰ ਗਈ ਤਾਂ ਉਹਨੇ ਸਾਨੂੰ ਉਸੇ ਵੇਲੇ ਦੱਸ ਦੇਣਾ ਵੀ ਮੇਰੇ ਅੰਦਰ ਕੁਛ ਗਿਆ। ਤੇ ਜਿੰਨਾ ਚਿਰ ਪਾਣੀ ਦਾ ਗਲਾਸ ਸਾਹਮਣੇ ਪਿਆ ਤੁਸੀਂ ਉਹਦੀ ਸੇਵਾ ਕਰੀ ਚੱਲੋ, ਉਹਨੂੰ ਪੁਣੀ ਚੱਲੋ, ਗਰਮ ਕਰੀ ਚੱਲੋ, ਫਿਲਟਰ ਕਰੀ ਚੱਲੋ, ਤੁਹਾਨੂੰ ਉਹ ਤ੍ਰਿਪਤੀ ਨਹੀਂ ਦੇ ਸਕਦਾ। ਇਸੇ ਤਰ੍ਹਾਂ ਹੀ ਮੇਰੇ ਮਨਾ, ਜਿੰਨਾ ਚਿਰ ਤੂੰ ਸਵੈਮ ਗੁਰਬਾਣੀ ਹਿਰਦੇ 'ਚ ਨਹੀਂ ਲੈ ਕੇ ਜਾਂਦਾ। ਇੱਕ ਹੁੰਦਾ ਗੁਰਬਾਣੀ ਨੂੰ ਦਿਮਾਗ ਵਿੱਚ ਲੈ ਜਾਣਾ, ਦਿਮਾਗ ਵਿੱਚ ਗੁਰਬਾਣੀ ਚੇਤੇ ਰਹਿੰਦੀ। ਗੁਰਬਾਣੀ ਚੇਤੇ ਹੋਣੀ ਹੋਰ ਗੱਲ ਹੈ, ਹਿਰਦੇ 'ਚ ਵਸਣੀ ਹੋਰ ਗੱਲ ਹੈ। ਚੇਤੇ ਕੀਤੀ ਹੋਈ ਗੱਲ ਭੁੱਲ ਵੀ ਜਾਂਦੀ ਹੈ। ਚੇਤੇ ਕੀਤੀ ਹੋਈ ਗੱਲ ਤੇ ਪਹਿਰਾ ਵੀ ਨਹੀਂ ਦਿੱਤਾ ਜਾ ਸਕਦਾ। ਪਰ ਜਿਹੜੀ ਗੱਲ ਹਿਰਦੇ 'ਚ ਚਲੇ ਗਈ, ਨਾ ਤਾਂ ਉਹ ਭੁੱਲੇ ਔਰ ਉਹ ਤੇ ਪਹਿਰਾ ਦਿੱਤੇ ਬਿਨਾਂ ਰਿਹਾ ਵੀ ਨਹੀਂ ਜਾ ਸਕਦਾ। ਉਸ ਗੱਲ ਤੇ ਪਹਿਰਾ ਦੇਣਾ ਹੀ ਪਊਗਾ। ਇਸੇ ਕਰਕੇ ਗੁਰਬਾਣੀ ਨੇ ਲਿਖਿਆ, ਵਸੀ ਰੱਬ ਹਿਆਲੀ ਹੈ, ਕਿਉਂਕਿ ਹਿਰਦੇ ਦੇ ਵਿੱਚ ਤਾਂ ਤੇਰਾ ਰੱਬ ਬੈਠਾ, ਤੇਰਾ ਮੂਲ ਬੈਠਾ। ਜਦੋਂ ਮੂਲ ਕੋਲ ਸਹੀ ਗੱਲ ਤੂੰ ਲੈ ਕੇ ਜਾਣੀ ਹੈ ਤੇ ਮੂਲ ਕੋਲ ਪਹਿਲਾਂ ਵੀ ਸਹੀ ਗੱਲ ਪਈ ਹੈ, ਉਹਨੇ ਉਸ ਗੱਲ ਨਾਲ ਗੱਲ ਮਿਲਾਉਣੀ ਹੈ ਵੀ ਹਾਂ ਇਹ ਵਾਕਈ ਸਹੀ ਗੱਲ ਲੈ ਕੇ ਆਇਆ। ਉਸੇ ਵੇਲੇ ਉਹਨੇ ਖੁਸ਼ ਹੋ ਜਾਣਾ। ਜਿਵੇਂ ਜੌਹਰੀ ਕੋਲ ਪਰਖ ਹੈ, ਕਿਉਂਕਿ ਜੌਹਰੀ ਕੋਲ ਹੀਰੇ ਪਏ ਹੈ, ਉਹਨੂੰ ਪਤਾ ਵੀ ਇਹ ਅਸਲੀ ਹੀਰੇ ਨੇ। ਜਦੋਂ ਕੋਈ ਬਾਹਰੋਂ ਹੀਰਾ ਲੈ ਕੇ ਜਾਊ ਤੇ ਉਹਨੇ ਨਾਲ ਰਲਾਉਣਾ, ਉਹਨੇ ਕਹਿਣਾ ਵਾਕਈ ਸਹੀ ਹੈ। ਜੇ ਉਹ ਗਲਤ ਹੋਵੇ, ਜਾਲੀ ਹੋਵੇ ਤਾਂ ਉਹ ਨਹੀਂ ਮੰਨੂਗਾ। ਇਸੇ ਤਰ੍ਹਾਂ ਹੀ ਮੇਰੇ ਮਨਾ, ਜਿੰਨਾ ਵੀ ਤੂੰ ਬਾਹਰ ਗਿਆਨ ਲੈ ਰਿਹਾ ਮਾਇਆ ਦਾ, ਇਹ ਸਾਰਾ ਜਾਲੀ ਗਿਆਨ ਹੈ। ਲੈ ਕੇ ਤੂੰ ਜਾਂਦਾ ਹੈ ਅੰਦਰ, ਪਰ ਉਹ ਅੰਦਰਲਾ ਇਹਨੂੰ ਮਨਜ਼ੂਰ ਨਹੀਂ ਕਰਦਾ। ਉਹ ਖੋਟਾ ਸਮਝ ਕੇ ਬਾਹਰ ਸੁੱਟਦਾ ਕਿ ਇਹ ਤਾਂ ਖੋਟਾ ਹੈ, ਪਰ ਤੈਨੂੰ ਉਹ ਅਸਲੀ ਲੱਗਦਾ। ਜਿਵੇਂ ਗੁਰਬਾਣੀ ਹੈ, ਗੁਰਬਾਣੀ ਪੜ੍ਹਨੀ ਸਾਨੂੰ ਤਾਂ ਚੰਗੀ ਲੱਗਦੀ ਹੈ ਵੀ ਅਸੀਂ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਦੇ ਹਾਂ, ਪਰ ਹੁਣ ਗੁਰਬਾਣੀ ਨੂੰ ਉਹ ਅੰਦਰਲਾ ਵੀ ਤਾਂ ਐਕਸੈਪਟ ਕਰੇ, ਕਿਉਂਕਿ ਅੰਦਰਲੇ ਕੋਲ ਬਾਣੀ ਹੈ। ਉਹ ਬਾਣੀ ਨਾਲ ਜਦੋਂ ਗੁਰਬਾਣੀ ਨੂੰ ਰਲਾਉਂਦਾ ਉਹ ਕਹਿੰਦਾ ਵੀ ਨਹੀਂ ਇਹ ਗਲਤ ਹੈ, ਕਿਉਂਕਿ ਜੋ ਕੁਛ ਅਸੀਂ ਗੁਰਬਾਣੀ 'ਚੋਂ ਪੜ੍ਹਦੇ ਹਾਂ ਉਹਨੂੰ ਅਸੀਂ ਮੰਨਦੇ ਆਪਣੇ ਹਿਸਾਬ ਨਾਲ ਹੀ ਹਾਂ। ਜਾਂ ਤਾਂ ਅਸੀਂ ਜੋ ਗੁਰਬਾਣੀ 'ਚ ਲਿਖੇ ਹੈ ਗੁਰਬਾਣੀ ਅਨੁਸਾਰ ਹੀ ਮੰਨੀਏ। ਜਦੋਂ ਮੰਨਣ ਦੀ ਗੱਲ ਆਉਂਦੀ ਹੈ ਗੁਰਬਾਣੀ ਨੂੰ, ਉਦੋਂ ਅਸੀਂ ਆਪਣੀ ਮੱਤ ਵਿੱਚ ਵਰਤ ਲੈਂਦੇ ਹਾਂ। ਆਪਣੀ ਮੱਤ ਕੀ ਹੈ? ਸਾਡੀ ਆਪਣੀ ਸ਼ਰਧਾ। ਗੁਰਬਾਣੀ 'ਚ ਜਿੱਥੇ ਵੀ ਆਉਂਦਾ ਉੱਥੇ ਸ਼ਰਧਾ ਸਤਿਗੁਰ ਦੀ ਆਉਂਦੀ ਹੈ। ਸਤਿਗੁਰ ਹੋਏ ਦਿਆਲ ਤਾਂ, ਸਤਿਗੁਰ ਤਾਂ ਦਿਆਲ ਹੈ, ਸ਼ਰਧਾ ਪੂਰੀ ਹੈ। ਹੁਣ ਸਾਡੇ ਕੋਲ ਸ਼ਰਧਾ ਪੂਰੀ ਹੋਵੇ ਤਾਂ ਹੈ। ਹੁਣ ਸਾਡੀ ਸ਼ਰਧਾ 'ਚ ਕਮੀ ਹੈ। ਜਿਹਨੂੰ ਅਸੀਂ ਸ਼ਰਧਾ ਮੰਨਦੇ ਉਹਨੂੰ ਸਤਿਗੁਰ ਨਹੀਂ ਮੰਨਦਾ, ਜਿਹਨੂੰ ਸਤਿਗੁਰ ਮੰਨਦਾ ਉਹਨੂੰ ਅਸੀਂ ਨਹੀਂ ਮੰਨਦੇ। ਉਹ ਸ਼ਰਧਾ ਕੀ ਹੈ? ਸਤਿਗੁਰ ਕਹਿੰਦਾ ਸੱਚ ਬੋਲ, ਸਤਿਗੁਰ ਕਹਿੰਦਾ ਸਭ ਦਾ ਭਲਾ ਕਰ,
ਸਤਿਗੁਰੂ ਕਹਿੰਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਛੱਡ। ਪਰ ਹੇ ਮੇਰੇ ਮਨਾ, ਹੁਣ ਤੂੰ ਆਪਣੇ ਅੰਦਰ ਝਾਤੀ ਮਾਰ। ਕੀ ਇਹ ਸ਼ਰਧਾ ਹੈ? ਸ਼ਰਧਾ ਦਾ ਭਾਵ ਹੁੰਦਾ ਸ਼ਰਾ। ਸ਼ਰਾ ਇਸਲਾਮਿਕ ਸ਼ਬਦ ਹੈ। ਸ਼ਰਾ ਦੇ ਵਿੱਚ ਹੁੰਦਾ ਤੁਹਾਡੀ ਆਪਣੀ ਮਰਜ਼ੀ। ਜਿਵੇਂ ਸਾਡੇ ਇੱਕ ਸਿੱਖ ਮਤ ਵਿੱਚ ਸ਼ਬਦ ਆ ਗਿਆ ਮਰਜ਼ਾਦਾ। ਮਰਜ਼ਾਦਾ ਦੇ ਵਿੱਚ ਤੁਹਾਡੀ ਆਪਣੀ ਮਰਜ਼ੀ ਹੈ, ਤੁਸੀਂ ਉਹਦੇ ਵਿੱਚ ਕਾਂਟ ਛਾਂਟ ਕਰ ਸਕਦੇ ਹੋ। ਪਰ ਗੁਰਮਤ ਦਾ ਸ਼ਬਦ ਹੈ ਰਹਿਤ। ਰਹਿਤ 'ਚ ਤੁਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ, ਜੋ ਗੁਰੂ ਨੇ ਕਿਹਾ ਮੰਨਣਾ ਪਊਗਾ। ਉੱਥੇ ਤੁਹਾਡੀ ਕੋਈ ਮਰਜ਼ੀ ਨਹੀਂ ਚੱਲੂਗੀ, ਉੱਥੇ ਤੁਹਾਨੂੰ ਆਪਣੀ ਮੱਤ ਨੀਵੀਂ ਕਰਨੀ ਪਊਗੀ, ਸੱਤ ਵਚਨ ਕਹਿਣਾ ਪਊਗਾ, ਉਹਦੀ ਰਜ਼ਾ ਵਿੱਚ ਰਹਿਣਾ ਪਊਗਾ। ਉਹ ਹੈ ਰਹਿਤ। ਜਿੱਥੇ ਮਰਜ਼ਾਦਾ ਆਉਂਦੀ ਹੈ, ਮਰਜ਼ਾਦਾ ਦੇ ਵਿੱਚ ਹੁੰਦਾ ਤੁਸੀਂ ਆਪਣੇ ਵੱਲੋਂ ਵੀ ਕੁਝ ਕਰ ਸਕਦੇ। ਤੇ ਜਦੋਂ ਅਸੀਂ ਆਪਣੇ ਵੱਲੋਂ ਕੁਝ ਕਰਾਂਗੇ ਤਾਂ ਗੁਰਬਾਣੀ ਕਹਿੰਦੀ ਹੈ ਜੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ। ਫਿਰ ਜੀਵਨ ਸ੍ਰੇਸ਼ਟ ਨਹੀਂ ਹੋਊਗਾ। ਦੋਨੇ ਗੱਲਾਂ ਦਾ ਡਿਫਰੈਂਸ ਹੈ। ਇਸੇ ਕਰਕੇ ਗੁਰਬਾਣੀ ਹੈ ਜਿਹੜੀ, ਜਦੋਂ ਅਸੀਂ ਗੁਰਬਾਣੀ ਤੋਂ ਸੋਝੀ ਲੈਂਦੇ ਹਾਂ, ਗੁਰਬਾਣੀ ਤੋਂ ਆਪਣੇ ਆਪ ਨੂੰ ਬਾਚਦੇ ਹਾਂ, ਉਹ ਜਿਹੜੀ ਗੱਲ ਗੁਰਬਾਣੀ ਤੋਂ ਬਾਚ ਕੇ ਆਪਣੇ ਤੇ ਲਾਗੂ ਕੀਤੀ ਵੀ ਮਨਾ ਇਸ ਤਰ੍ਹਾਂ ਨਹੀਂ ਕਰਨ, ਉਹ ਗੱਲ ਸਿੱਧੀ ਹਿਰਦੇ 'ਚ ਜਾਂਦੀ ਹੈ। ਜਦੋਂ ਹਿਰਦੇ ਵਿੱਚ ਚਲੇ ਜਾਂਦੀ ਹੈ, ਹਿਰਦੇ ਦੇ ਵਿੱਚ ਬੈਠਾ ਸਾਡਾ ਮੂਲ, ਸਾਡਾ ਪਿਓ, ਸਾਡੀ ਮਾਂ, ਉਹ ਫਿਰ ਕਹਿੰਦਾ ਵੀ ਠੀਕ ਹੈ, ਆਹ ਗੱਲ ਤੂੰ ਵਧੀਆ ਲੈ ਕੇ ਆਇਆ, ਹੁਣ ਇਹਦੇ ਅਨੁਸਾਰ ਹੀ ਚੱਲੀ। ਫਿਰ ਜਦੋਂ ਮਨ ਉਹਦੇ ਅਨੁਸਾਰ ਚੱਲਦਾ ਮਾਇਆ 'ਚ, ਤਾਂ ਮਨ ਦੇ ਅੰਦਰ ਪਹਿਲੀ ਹਰਕਤ ਇਹ ਹੁੰਦੀ ਹੈ ਕਿ ਮਨ ਨਿਰਭਉ ਹੁੰਦਾ ਹੈ, ਉਹਨੂੰ ਭੈ ਨਹੀਂ ਲੱਗਦਾ। ਤੇ ਜਦੋਂ ਭੈ ਨਹੀਂ ਲੱਗਦਾ ਫਿਰ ਉਹਦੇ ਅੰਦਰ ਵੈਰ ਵੀ ਨਹੀਂ ਹੁੰਦਾ, ਉਹ ਨਿਰਵੈਰ ਵੀ ਨਾਲ ਹੀ ਹੋਊਗਾ। ਨਿਰਭਉ ਹੋਏ ਭਜੋ ਭਗਵਾਨ। ਨਿਰਭਉ ਕਿਉਂ ਆ ਉਹ? ਕਿਉਂਕਿ ਜੁੜਿਆ ਹੋਇਆ ਹੀ ਆਪਣੇ ਮੂਲ ਨਾਲ। ਭਜੋ ਦਾ ਅਰਥ ਹੁੰਦਾ ਜੁੜਨਾ, ਪਰ ਸਾਡੇ ਭਜੋ ਦਾ ਅਰਥ ਜਾਂ ਭਜਨ ਦਾ ਅਰਥ ਬਣ ਲਿਆ ਕਿਸੇ ਚੀਜ਼ ਨੂੰ ਬਾਰ-ਬਾਰ ਰੈਪੀਟੇਟ ਕਰਨਾ। ਭਜਣਾ ਇਹਦਾ ਵਿਪਰੀਤ ਸ਼ਬਦ ਹੈ ਤਜਣਾ। ਭਜ ਤਜ। ਗੁਰਬਾਣੀ 'ਚ ਸਾਰਾ ਕੁਛ ਇਹ ਮੇਰੇ ਮਨਾ ਤੇਰੇ ਵਾਸਤੇ ਪਾਤਸ਼ਾਹ ਨੇ ਲਿਖ ਕੇ ਦਿੱਤਾ ਹੋਇਆ। ਹਾਂ, ਮੰਨਣਾ ਨਾ ਮੰਨਣਾ ਤੇਰੀ ਆਪਣੀ ਮਰਜ਼ੀ ਹੈ, ਤੇਰੇ ਤੇ ਕੋਈ ਜ਼ੋਰ ਜਮਾਈ ਨਹੀਂ। ਪਰ ਜੇ ਤੂੰ ਗੱਲ ਹਿਰਦੇ 'ਚ ਵਸਾ ਲਏਗਾ ਤਾਂ ਜੀਵਨ ਸਫਲ ਹੈ। ਹਿਰਦੇ 'ਚ ਗੱਲ ਤਾਂ ਵਸਦੀ ਹੈ ਜੇ ਗੁਰਬਾਣੀ ਤੋਂ ਸੋਝੀ ਪ੍ਰਾਪਤ ਕੀਤੀ ਜਾਵੇ। ਸੋ ਇਸੇ ਕਰਕੇ ਪਾਤਸ਼ਾਹ ਕਹਿੰਦੇ ਆ ਗਾਵੈ ਖੰਡ ਮੰਡਲ ਬਰ ਭੰਡਾ ਕਰ ਕਰ ਰੱਖੇ ਧਾਰੇ, ਕਿ ਜਿੰਨੇ ਵੀ ਖੰਡ ਨੇ ਤੇ ਮੰਡਲ ਨੇ ਬਰ ਭੰਡਾ ਮਾਇਆ ਦੇ ਵਿੱਚ ਕਰ ਕਰ ਰੱਖੇ ਧਾਰੇ, ਸਾਰੇ ਹੀ ਉਸਨੇ ਆਪਣੇ ਹੁਕਮ ਵਿੱਚ ਰੱਖੇ ਹੋਏ ਨੇ। ਪਰ ਹੁਕਮ ਵਿੱਚ ਰਹਿੰਦੇ ਹੋਏ ਵੀ ਗਾਉਂਦੇ। ਦੇਖੋ ਮਾਇਆ ਵੀ ਗਾ ਰਹੀ ਹੈ, ਕਿਉਂਕਿ ਮਾਇਆ ਵੀ ਤਾਂ ਉਹਦੇ ਹੁਕਮ 'ਚ ਚੱਲਦੀ ਹੈ। ਹੁਕਮ 'ਚ ਚੱਲਣਾ ਹੀ ਗਾਉਣਾ ਹੈ, ਉਹ ਵੀ ਤਾਂ ਚੱਲਦੀ ਰਹੀ ਹੈ। ਕਿੰਨੇ ਹਿੱਸੇ ਨੇ ਧਰਤੀਆਂ ਦੇ, ਉਹ ਵੀ ਸਭ ਗਾ ਰਹੇ ਨੇ, ਭਾਵ ਕਿ ਹੁਕਮ 'ਚ ਚੱਲਦੇ ਨੇ। ਸਈ ਤੁਧਨੋਂ ਗਾਵ ਹੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ। ਪਾਤਸ਼ਾਹ ਕਹਿੰਦੇ ਭਾਵੇਂ ਸਾਰੀ ਸ੍ਰਿਸ਼ਟੀ ਤੇਰੇ ਹੁਕਮ ਵਿੱਚ ਹੈ, ਗਾ ਰਹੀ ਹੈ ਤੈਨੂੰ, ਪਰ ਦਰਗਾਹ ਵਿੱਚ ਕਬੂਲ ਨਹੀਂ ਹੈ। ਦੇਖੋ ਸਾਰੀ ਸ੍ਰਿਸ਼ਟੀਆਂ ਜਿੰਨੀਆਂ ਵੀ ਜੋਤਾਂ ਨੇ, ਜੂਨੀਆਂ ਨੇ, ਉਹ ਸਾਰੇ ਉਹਦੇ ਹੁਕਮ 'ਚ ਚੱਲਦੇ ਆ, ਪਰ ਉਹਨਾਂ ਦਾ ਜੀਵਨ ਹੈ ਜਿਹੜਾ ਮੁਕਤ ਨਹੀਂ ਹੈ, ਜਨਮ ਮਰਨ ਤੋਂ ਰਹਿਤ ਨਹੀਂ ਹੁੰਦੇ। ਇਹ ਨਹੀਂ ਵੀ ਇੱਕ ਦਰਖਤ ਹੈ ਜਿਹੜਾ ਉਹਦੇ ਵਿੱਚ ਜੋਤ ਹੈ, ਜਦੋਂ ਉਹ ਸੁੱਕ ਗਿਆ ਜੋਤ 'ਚੋਂ ਨਿਕਲ ਕੇ ਉਹ ਸੱਚਖੰਡ ਚਲੇ ਜਾਊਗੀ, ਇਹ ਨਹੀਂ ਹੈ। ਉਸ ਨੂੰ ਵੀ ਸਾਰਾ ਇਹ ਸਰਕਲ ਚੇਂਜ ਕਰਦਿਆਂ ਕਰਦਿਆਂ ਮਨੁੱਖ ਤੱਕ ਆਉਣਾ ਹੀ ਪਊਗਾ। ਮਨੁੱਖਾ ਜੂਨੀ ਤੋਂ ਬਾਅਦ ਪ੍ਰਾਪਤੀ ਹੈ ਸੱਚਖੰਡ ਦੀ, ਇਸ ਤੋਂ ਥੱਲੇ ਨਹੀਂ ਹੈ। ਗੁਰਬਾਣੀ ਨੇ ਨਹੀਂ ਮੰਨਿਆ, ਕਿਉਂਕਿ ਜੇ ਗੁਰਬਾਣੀ ਮੰਨਦੀ ਹੁੰਦੀ ਤਾਂ ਫਿਰ ਇਹ ਗੱਲ ਨਾ ਲਿਖੀ ਜਾਂਦੀ, ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਵਰੀਆ। ਫਿਰ ਤਾਂ ਉਹਨਾਂ ਜੂਨਾਂ ਬਾਰੇ ਵੀ ਲਿਖਿਆ ਜਾਂਦਾ ਵੀ ਉਹ ਵੀ ਗੋਬਿੰਦ ਨੂੰ ਮਿਲ ਸਕਦੇ।
ਸੋ ਇਹ ਗੱਲ ਬੜੀ ਗੰਭੀਰ ਹੈ। ਸੋ ਗਾ ਤਾਂ ਸਾਰੇ ਹੀ ਰਹੇ ਨੇ, ਹੁਕਮ ਵਿੱਚ ਨੇ, ਪਰ ਦਰਗਾਹ ਵਿੱਚ ਕਬੂਲ ਨਹੀਂ ਹੈ। ਗਾਉਣਾ ਉਹਨਾਂ ਦਾ ਹੀ ਪ੍ਰਵਾਨ ਹੈ ਜੋ ਤੈਨੂੰ ਪਾਉਂਦੇ ਨੇ। ਦਰਗਾਹ ਪ੍ਰਵਾਨ ਹਨ, ਉਹ ਆਤਮਾਵਾਂ ਨੇ ਜਿਹੜੀਏ ਰੱਤੇ ਤੇਰੇ ਹੁਕਮ ਦੇ ਵਿੱਚ ਸਮਾਏ ਹੋਏ ਨੇ। ਉਹ ਵੀ ਮਨੁੱਖਾ ਤਨ ਦੇ ਅੰਦਰ ਉਹੀ ਜੋਤਾਂ ਪ੍ਰਵਾਨ ਨੇ। ਇਹ ਨਹੀਂ ਕਿ ਜਿਵੇਂ ਹੁਣ ਜੋਤ ਕੋਈ ਸਰੀਰ 'ਚ ਆ ਗਈ ਮਨੁੱਖ ਦੇ, ਉਹ ਸਰੀਰ ਛੱਡ ਕੇ ਚਲੇ ਗਈ ਕਿ ਉਹ ਦਰਗਾਹ ਚਲੇ ਗਈ ਜਾਂ ਪ੍ਰਵਾਨ ਹੋ ਗਈ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਉਸ ਜੋਤ ਦਾ ਇਸ ਸਰੀਰ ਵਿੱਚ ਰਹਿੰਦੇ ਹੀ ਪਤਾ ਲੱਗ ਜਾਂਦਾ ਕਿ ਇਹ ਜਿਹੜੀ ਜੋਤ ਹੈ ਇਹ ਸਮਾਈ ਹੋਈ ਹੈ। ਪਰ ਪਤਾ ਉਹਨੂੰ ਲੱਗਦਾ ਜਿਹੜਾ ਗਾਹਾਂ ਵਾਲਾ ਵੀ ਸਮਾਇਆ ਹੋਵੇ, ਦੂਜਿਆਂ ਨੂੰ ਨਹੀਂ ਪਤਾ ਲੱਗਦਾ। ਜਾਗਦੇ ਨੂੰ ਹੀ ਪਤਾ ਲੱਗੂ ਵੀ ਆਹ ਬੰਦਾ ਜਾਗਦਾ ਬੈਠਾ ਹੈ, ਤੇ ਹੁਣ ਇੱਕ ਬੰਦਾ ਜਾਗਦਾ, 100 ਬੰਦਾ ਸੁੱਤਾ ਪਿਆ, ਕਿਵੇਂ ਪਤਾ ਲੱਗੂਗਾ? ਇੱਕ ਜਾਗਦਾ, 2 ਜਾਗਦੇ, 4 ਜਾਗਦੇ, 5, 100 ਜਾਗਦਾ, ਉਹ ਵੀ ਸਾਰੇ ਜਾਗਦੇ ਆ। ਸੁੱਤਿਆਂ ਨੂੰ ਨਹੀਂ ਪਤਾ ਲੱਗਦਾ। ਇਸੇ ਕਰਕੇ ਜਿਹੜੇ ਮਨੁੱਖਾ ਜੂਨੀ ਦੇ ਅੰਦਰ ਜੋਤ ਜਦੋਂ ਆਉਂਦੀ ਹੈ, ਇੱਥੋਂ ਹੀ ਸੁੱਤੀ ਪਈ ਰਹਿ ਜਾਂਦੀ ਹੈ। ਤਾਂ ਹੀ ਗੁਰਬਾਣੀ ਨੇ ਆਖਿਆ ਸੀ, ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਾਹੇ ਗਾਫਲ ਸੋਇਆ। ਅਸੀਂ ਗੁਰਬਾਣੀ ਨੂੰ ਕਦੇ ਸੀਰੀਅਸਲੀ ਲੈਤਾ ਹੀ ਨਹੀਂ ਹੈ। ਵੀ ਗੁਰਬਾਣੀ ਤਾਂ ਸਾਨੂੰ ਇਹ ਗੱਲ ਕਹਿੰਦੀ ਹੈ ਵੀ ਜਾਗ, ਫਿਰ ਅਸੀਂ ਜਾਗੇ। ਉਹ ਕਿਹੜਾ ਜਾਗਣਾ ਹੈ? ਜਿਹੜੀ ਗੱਲ ਗੁਰਬਾਣੀ ਕਹਿੰਦੀ ਹੈ ਫਿਰ ਉਹ ਕਿਹੜਾ ਜਾਗਣਾ? ਅਸੀਂ ਰੋਜ਼ ਜਾਗਦੇ ਤਾਂ ਹੈਗੇ ਹੀ ਹਾਂ। ਉਹ ਸਾਡਾ ਹੈਗਾ ਸਰੀਰ ਕਰਕੇ ਜਾਗਣਾ, ਸਰੀਰ ਕਰਕੇ ਸੌਣਾ। ਜਿਹੜੀ ਸਾਡੀ ਜੋਤ ਹੈ, ਜਿਹਨੇ ਸਰੀਰ ਧਾਰਿਆ ਹੋਇਆ, ਉਹ ਜਾਗੇ। ਜਿੰਨਾ ਚਿਰ ਉਹ ਨਹੀਂ ਨਾ ਜਾਗਦੀ, ਉਨਾ ਚਿਰ ਗੱਲ ਨਹੀਂ ਬਣਦੀ। ਹੁਣ ਉਸ ਜਾਗੀ ਦਾ ਕਿਵੇਂ ਪਤਾ ਲੱਗੂ? ਉਹ ਤਾਂ ਹੁਣ ਜਿਹਦੀ ਭਾਈ ਜਾਗੂਗੀ ਉਹਨੂੰ ਵੀ ਪਤਾ ਲੱਗੂ। ਉਹਦੀਆਂ ਨਿਸ਼ਾਨੀਆਂ ਗੁਰਬਾਣੀ 'ਚ ਹੈਗੀਆਂ, ਕਿਉਂਕਿ ਜਿਨ੍ਹਾਂ ਨੇ ਗੁਰਬਾਣੀ ਲਿਖੀ ਹੈ ਸਾਰੇ ਜਾਗਦੇ ਸੀ। ਇਹਨਾਂ ਵਰਗੇ ਹੀ ਬਣਨਾ ਪਊਗਾ ਜਿਹੜੇ ਗੁਰਬਾਣੀ ਜਿਨ੍ਹਾਂ ਨੇ ਲਿਖੀ ਹੈ, ਜਾਂ ਜਿਨ੍ਹਾਂ ਨੇ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰਕੇ ਜਾਗੇ ਨੇ, ਉਹਨਾਂ ਵਰਗਾ ਹੀ ਬਣਨਾ ਪਊਗਾ। ਤਾਂ ਉਹ ਜਾਗਿਆ ਮੰਨਿਆ ਜਾਊਗਾ, ਤਾਂ ਉਹ ਸੱਚਖੰਡ ਤੱਕ ਜਾਊਗਾ, ਔਰ ਸਰੀਰ ਵਿੱਚ ਰਹਿੰਦਿਆਂ ਪਤਾ ਲੱਗੂਗਾ। ਇਹ ਨਹੀਂ ਕਿ ਸਰੀਰ ਛੱਡਣ ਤੋਂ ਬਾਅਦ 'ਚ, ਸਰੀਰ ਛੱਡਣ ਤੋਂ ਬਾਅਦ ਤਾਂ ਸਾਰੇ ਸੱਚਖੰਡ 'ਚ ਨੇ। ਜਿਉਂਦੇ ਜੀ ਪਤਾ ਲੱਗੇ। ਜਿਵੇਂ ਪਾਤਸ਼ਾਹ ਨਾਮਦੇਵ ਜੀ ਕਹਿੰਦੇ, ਮੂਏ ਹੋਏ ਜੋ ਮੁਕਤ ਦੇ ਹੋ ਗਏ, ਮੁਕਤ ਨਾ ਜਾਣੇ ਕੋਇਲਾ। ਕਹਿੰਦੇ ਅਸੀਂ ਤਾਂ ਨਹੀਂ ਮੰਨਦੇ ਉਸ ਗੱਲ ਵੀ, ਜਿਹੜਾ ਉਸ ਗੱਲ ਨੂੰ ਮੁਕਤੀ ਨੂੰ ਮੰਨੋਗੇ ਤੁਸੀਂ। ਮਰਿਆਂ ਤੋਂ ਬਾਅਦ ਤਾਂ ਵੀ ਸਰੀਰ ਕਰਕੇ ਤਾਂ ਹਰੇਕ ਨੂੰ ਹੀ ਮੁਕਤੀ ਦੇ ਦਿੰਦੇ ਤੁਸੀਂ, ਵੀ ਮੁਕਤ ਹੋ ਗਿਆ ਜੀ। ਜਿਉਂਦੇ ਜੀ ਜਿੰਨਾ ਚਿਰ ਸਰੀਰ ਹੈ ਮਨੁੱਖਾ ਤਨ ਦੇ ਅੰਦਰ ਅੰਦਰ, ਉਹੋ ਜੀ ਅਵਸਥਾ ਬਣ ਜਾਵੇ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਉਹ ਜਾਣ ਜਾਂਦਾ ਹੈ। ਗੁਰੂ ਨਾਨਕ ਨੂੰ ਪਤਾ ਲੱਗ ਗਿਆ ਸੀ ਦੂਜੇ ਪਾਤਸ਼ਾਹ ਦੇ ਅੰਦਰ ਕਿ ਸ਼ਬਦ ਗੁਰੂ ਪ੍ਰਗਟ ਹੋ ਗਿਆ, ਜਾਗ ਪਿਆ। ਕਿਉਂਕਿ ਉਹਦੀ ਬੋਲੀ ਨੇ ਦੱਸਤਾ ਸੀ। ਪਹਿਲਾਂ ਵੀ ਤਾਂ ਸੀ ਗਈ, 8 ਸਾਲ ਸੇਵਾ ਕੀਤੀ, ਗੁਰੂ ਨਾਨਕ ਸਾਹਿਬ ਦੇ ਕੋਲ ਰਹੇ, ਉਦੋਂ ਤਾਂ ਨਾ ਕਿਹਾ ਉਹਨਾਂ ਨੇ ਵੀ ਤੂੰ ਜਾਗ ਪਿਆ। ਪਹਿਲੇ ਦਿਨ ਆਇਆ ਸੀ ਉਦੋਂ ਨਹੀਂ ਕਿਹਾ ਵੀ ਤੂੰ ਜਾਗ ਪਿਆ। ਜਿੱਦਣ ਉਹ ਜਾਗ ਗਿਆ ਉਦਣ ਕਿਹਾ ਵੀ ਹੁਣ ਜਾਗਿਆ। ਇਸੇ ਤਰ੍ਹਾਂ ਤੀਸਰੇ ਪਾਤਸ਼ਾਹ, ਜਾਗੇ ਤੋਂ ਬਾਅਦ ਮੋਹਰ ਲਾਈ ਹੈ ਪਰਮੇਸ਼ਰ ਨੇ। ਗੁਰੂ ਨਾਨਕ ਸਾਹਿਬ ਨੂੰ ਪਤਾ ਲੱਗ ਗਿਆ ਵੀ ਇਹ ਜਾਗ ਪਿਆ, ਮੋਹਰ ਪਰਮੇਸ਼ਰ ਵੱਲੋਂ ਲੱਗੀ ਹੈ, ਕਿਉਂਕਿ ਬਾਣੀ ਦਾ ਪਰਮੇਸ਼ਰ ਵੱਲੋਂ ਆਈ ਹੈ। ਗੁਰੂ ਨਾਨਕ ਸਾਹਿਬ ਨੇ ਤਾਂ ਗੁਰਬਾਣੀ ਦਿੱਤੀ ਸੀ ਵੀ ਆ ਪੜ੍ਹ, ਦੇਖ ਆਪਣੇ ਆਪ ਨੂੰ, ਝਾਤੀ ਮਾਰ। ਉਹਨਾਂ ਨੇ ਝਾਤੀ ਮਾਰੀ ਆਪਣੇ ਅੰਦਰ ਵੀ ਵਾਕਈ ਇਸ ਅਨੁਸਾਰ ਤਾਂ ਮੇਰਾ ਜੀਵਨ ਹੀ ਨਹੀਂ। ਫਿਰ ਜੀਵਨ ਨੂੰ ਬਣਾਇਆ ਉਸੇ ਤਰ੍ਹਾਂ ਦਾ। ਜਦੋਂ ਬਣ ਗਿਆ ਤੇ ਜਾਗ ਪਏ। ਜਦੋਂ ਜਾਗੇ ਉਦੋਂ ਹੀ ਸਵੇਰਾ, ਸਾਰੀ ਗੱਲ ਸਾਹਮਣੇ ਆ ਗਈ। ਇਹ ਆ ਰੱਤੇ ਤੇਰੇ ਭਗਤ, ਇਹ ਭਗਤ ਨੇ, ਇਹ ਰਸਾ ਲਈ, ਇਹ ਰਸ ਲੈ ਰਹੇ ਨੇ ਉਸ ਹੁਕਮ ਦਾ। ਬਾਕੀ ਹੈ ਮੇਰੇ ਮਨ, ਤੁਸੀਂ ਰਸ ਕਿਹੜਾ ਲੈ ਰਹੇ ਹੋ? ਉਹ ਮਾਇਆ ਦਾ, ਜਾਂ ਜੀਭ ਦੇ ਰਸ, ਜਾਂ ਕੰਨਾਂ ਦੇ ਰਸ, ਜਾਂ ਅੱਖਾਂ ਰਾਹੀਂ ਰਸ, ਜਾਂ ਸਰੀਰ ਆ ਜਿਹੜਾ ਕੱਪੜਾ, ਇਹਨੂੰ ਸਪਰਸ਼ ਦਾ ਰਸ। ਇਹ ਸਾਰੇ ਰਸ ਤੋਂ ਭੋਗੀ ਜਾਣਾ। ਪਾਤਸ਼ਾਹ ਕਹਿੰਦੇ ਇਹ ਰਸ ਛੋੜੈ, ਉਹ ਰਸ ਆਵੈ, ਉਹ ਰਸ ਆਵੈ ਇਹ ਨਹੀਂ ਪਾਵਾ। ਫੇਰ ਨਹੀਂ ਚੰਗਾ ਲੱਗਦਾ।
ਸੋ ਪਾਤਸ਼ਾਹ ਕਹਿੰਦੇ ਉਹ ਕਬੂਲ ਹੁੰਦੇ ਆ, ਉਹ ਰੱਤੇ ਹੁੰਦੇ ਆ ਹੁਕਮ ਦੇ ਵਿੱਚ, ਉਹ ਸਮਾਏ ਹੁੰਦੇ ਆ, ਉਹ ਤੇਰੇ ਭਗਤ ਹਨ। ਉਹ ਤਤ ਸਾਰ ਹੈ, ਇਹ ਭਗਤੀ ਹੈ ਜਿਹੜੀ ਦਰਗਾਹ ਦੇ ਵਿੱਚ ਕਬੂਲ ਹੈ। ਆਪਣੀ ਮਰਜ਼ੀ ਨਾਲ ਤਾਂ ਸਾਰੀ ਭਗਤੀ ਕਰਦੇ ਆ, ਹਰ ਕੋਈ ਕਰ ਰਿਹਾ ਹੈ, ਹਰ ਕੋਈ ਜਪ ਰਿਹਾ ਹੈ, ਸਾਰੇ ਬੱਚੇ ਪੜ੍ਹਦੇ ਆ ਆਪਣੀ ਮਰਜ਼ੀ ਨਾਲ, ਤਾਂ ਸਾਰੇ ਪੇਪਰ ਦਿੰਦੇ ਆ, ਸਾਰੇ ਸਵਾਲਾਂ ਦੇ ਜਵਾਬ ਲਿਖ ਕੇ ਆਉਂਦੇ ਆ, ਪਰ ਸਵਾਲਾਂ ਨੂੰ ਸਹੀ ਜਵਾਬ ਟੀਚਰ ਸਿਲੈਕਟ ਕਰਦਾ ਵੀ ਸਹੀ ਕਿਹੜੇ, ਤੇ ਸਹੀਆਂ ਦਾ ਉਹ ਨੰਬਰ ਦਿੰਦਾ, ਜਿਹੜੇ ਗਲਤ ਹੁੰਦੇ ਨਹੀਂ ਦਿੰਦਾ ਹੈ। ਤਾਂ ਪਾਤਸ਼ਾਹ ਕਹਿੰਦੇ ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ, ਅੱਗੇ ਕਰਨੀ ਕੀਰਤ ਵਾਚੀ ਹੈ, ਵਹਿ ਲੇਖਾ ਕਰ ਸਮਝਾਇਆ। ਸਾਰਾ ਕੁਛ ਇਹ ਮੇਰੇ ਮਨਾ ਗੁਰਬਾਣੀ 'ਚ ਲਿਖਿਆ ਤੇਰੇ ਵਾਸਤੇ। ਸੋ ਆਪਣੀ ਮਰਜ਼ੀ ਨਾਲ ਤਾਂ ਪਾਤਸ਼ਾਹ ਕਹਿੰਦੇ ਸਾਰੀ ਭਗਤੀ ਕਰਦੇ ਆ, ਸੇਵਾ ਕਰਦੇ ਆ, ਪਰ ਗੱਲ ਪ੍ਰਵਾਨਤਾ ਤੇ ਖੜੀ ਹੈ। ਮਨਾ ਵੇਖ ਗੁਰਬਾਣੀ ਕੀ ਕਹਿੰਦੀ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਇਹ ਬੜੀ ਵੱਡੀ ਗੱਲ ਹੈ। ਕਿਤੇ ਐਵੇਂ ਨਾ ਮੰਨ ਲਈ ਸੇਵਾ ਕਿ ਮੈਂ ਵੀ ਸੇਵਾ ਬਹੁਤ ਕੀਤੀ ਹੈ। ਸੇਵਾ ਹੁੰਦੀ ਹੈ ਸ਼ਬਦ ਵਿਚਾਰ, ਗੁਰਬਾਣੀ ਦੀ ਵਿਚਾਰ ਕਰਕੇ ਉਹਦੇ ਅਨੁਸਾਰ ਚੱਲਣਾ, ਇਹ ਦਰਗਾਹ 'ਚ ਸੇਵਾ ਪ੍ਰਵਾਨ ਹੁੰਦੀ ਹੈ। ਤਾਂ ਲਿਖਿਆ ਪਾਤਸ਼ਾਹ ਨੇ, ਸਾ ਸੇਵਾ ਕੀਤੀ ਸਫਲ ਹੈ, ਉਹ ਸੇਵਾ ਕੀਤੀ ਸਫਲ ਹੈ, ਜਿਤ ਸਤ ਗੁਰ ਕਾ ਮਨ ਮੰਨੇ। ਹੁਣ ਇੱਥੇ ਸਤ ਗੁਰ ਰਾਰੇ ਨੂੰ ਔਂਕੜ, ਭਾਵ ਕਿ ਜਿਹੜੀ ਸੇਵਾ ਕਬੀਰ ਸਾਹਿਬ ਜੀ ਨੇ ਕੀਤੀ ਸੀ, ਧਰੂੰ ਜੀ ਪਾਤਸ਼ਾਹ ਨੇ ਕੀਤੀ ਸੀ, ਗੁਰੂ ਨਾਨਕ ਪਾਤਸ਼ਾਹ ਨੇ ਕੀਤੀ, 10ਵੇਂ ਪਾਤਸ਼ਾਹ ਨੇ ਕੀਤੀ, ਜਾਂ ਬੇਅੰਤ ਗੁਰਸਿੱਖਾਂ ਨੇ ਕੀਤੀ, ਉਸੇ ਤਰ੍ਹਾਂ ਦੀ ਸੇਵਾ ਹੀ ਕਰਨੀ ਪੈਣੀ ਹੈ, ਉਸੇ ਤਰ੍ਹਾਂ ਦੀ ਸ਼ਬਦ ਵਿਚਾਰ ਕਰਨੀ ਪੈਣੀ ਹੈ। ਉਸ ਨੂੰ ਮੰਨ ਜਵੇ ਵੀ ਹਾਂ ਇਹ ਸੇਵਾ ਕੀਤੀ, ਠੀਕ ਹੈ। ਕਹੋ ਕਬੀਰ ਮਨ ਮਾਨਿਆ, ਕਹਿੰਦੇ ਮੇਰਾ ਮਨ ਮੰਨ ਗਿਆ ਵੀ ਜਿਹੜੀ ਧਰੂੰ ਜੀ ਨੇ ਗੱਲ ਕਹੀ ਹੈ ਸਹੀ ਕਹੀ ਹੈ, ਜਿਹੜੀ ਪ੍ਰਹਲਾਦ ਜੀ ਨੇ ਗੱਲ ਕੀਤੀ ਹੈ ਸਹੀ ਕੀਤੀ ਹੈ, ਉਹਦੇ ਅਨੁਸਾਰ ਆਪ ਚੱਲੇ, ਫਿਰ ਜੀਵਨ ਸਫਲ ਹੋਇਆ। ਨਹੀਂ ਸਤਿਗੁਰ ਕਾ ਮਨ ਮੰਨੇ, ਮਨ ਮੰਨ ਗਿਆ ਕਿ ਜੋ ਸੱਚ ਦਾ ਗਿਆਨ ਪਾਤਸ਼ਾਹ ਨੇ ਗੁਰਬਾਣੀ 'ਚ ਦਿੱਤਾ ਇਹਦੇ ਅਨੁਸਾਰ ਚੱਲਣਾ। ਫਿਰ ਨਿਸ਼ਾਨੀ ਕੀ ਹੈ, ਸਤਿਗੁਰ ਕਾ ਮਨ ਮੰਨਿਆ। ਤਾਂ ਜਦੋਂ ਮਨ ਮੰਨ ਗਿਆ, ਹੁਣ ਦੇਖੋ ਇੱਥੇ ਜਿਹੜਾ ਸਤਿਗੁਰ ਹੈ ਇਹ ਰਾਰੇ ਨੂੰ ਔਂਕੜ ਨਹੀਂ ਹੈ, ਇੱਥੇ ਮੁਕਤ ਹੈ। ਇੱਥੇ ਸਾਡਾ ਸਤਿਗੁਰ ਹੈ ਕਿ ਅਸੀਂ ਉਸ ਗਿਆਨ ਨੂੰ ਸੱਚ ਸਰੂਪ ਮੰਨ ਕੇ ਲਾਗੂ ਕਰ ਲਿਆ। ਜਿਹੜੀ ਗੁਰਬਾਣੀ ਹੈ ਸਾਡੇ ਕੋਲ ਅੱਜ, ਇਹ ਹੈਗੀ ਸਤਿਗੁਰ ਰਾਰੇ ਨੂੰ ਔਂਕੜ ਵਾਲੀ। ਜਿਹੜਾ ਸਾਡੇ ਹਿਰਦੇ 'ਚ ਬੈਠਾ ਉਹ ਰਾਰੇ ਨੂੰ ਔਂਕੜ ਤੋਂ ਬਿਨਾਂ ਹੈ। ਸਾਡਾ ਸਤ ਜਿਹੜਾ ਸਾਡਾ ਸਰੂਪ ਹੈ, ਉਹ ਉਸ ਗਿਆਨ ਲੈਣ ਵਾਸਤੇ ਮੰਨ ਗਿਆ ਵੀ ਹਾਂ ਇਹ ਮੈਂ ਗਿਆਨ ਲੈ ਕੇ ਚੱਲਣਾ ਹੀ ਚੱਲਣਾ। ਤਾਂ ਕੀ ਹੁੰਦਾ ਜਦੋਂ ਚੱਲਦਾ, ਤਾਂ ਪਾਪ ਕਸਮਲ ਭੰਨੇ। ਜਿਹੜਾ ਪਾਪ ਹੈ, ਮਾਇਆ ਦਾ ਵਿਰੋਧ ਮਾਇਆ ਦੇ ਹੱਕ 'ਚ ਖੜਦਾ ਸੀ ਮਨ, ਗੁਰਬਾਣੀ ਦਾ ਵਿਰੋਧ ਕਰਦਾ ਸੀ, ਸੱਚ ਦਾ ਵਿਰੋਧ ਕਰਦਾ ਸੀ, ਉਹ ਜਿਹੜੀ ਕਸੰਬਲ ਸੀ, ਕੁੜਤਣ ਸੀ, ਜ਼ਹਿਰ ਸੀ ਅੰਦਰ, ਜਿਹੜੀ ਮਲ ਲੱਗੀ ਹੋਈ ਸੀ, ਉਹ ਭੰਨੀ ਗਈ। ਉਹ ਆਂਡਾ ਭਰਮ ਦਾ ਫੁੱਟ ਗਿਆ, ਮਨ ਬਾਹਰ ਆ ਗਿਆ, ਸ਼ੁੱਧ ਹੋ ਗਿਆ। ਇਹ ਭਗਤ ਹੈ। ਜਪ ਤਪ ਸੰਜਮ ਸਿਮਰਨ ਧਿਆਨ ਦਾਨ ਪੁੰਨ ਪਾਪ ਸੇਵਾ ਭਗਤੀ ਮਾਲਾ ਪਾਠ ਆਦਿ ਸਭ ਕੁਝ ਦੱਸਿਆ ਗੁਰਬਾਣੀ 'ਚ। ਜੋ ਪ੍ਰਵਾਨ ਹੈ ਮਨਾ ਉਹੀ ਕਰੀ, ਦੂਜਾ ਨਾ ਕਰੀ। ਗੁਰਬਾਣੀ ਕਹਿੰਦੀ ਹੈ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾ ਕੇ ਰਿਦੇ ਭਾਉ ਹੈ ਦੂਜਾ। ਹੁਣ ਇਹ ਗੁਰਬਾਣੀ 'ਚ ਫਰਮਾਨ ਹੈ, ਬਸ ਸੱਚਖੰਡ ਵੱਲੋਂ ਆਇਆ ਹੋਇਆ। ਜੇ ਸਾਡੇ ਅੰਦਰ ਦੂਜਾ ਭਾਉ ਹੈ, ਹੁਣ ਦੂਜੀ ਭੁੱਖ ਕੀ ਹੈ? ਮਾਇਆ ਦੀ। ਦੋ ਹੀ ਚੀਜ਼ਾਂ ਨੇ, ਇੱਕ ਸੱਚ ਹੈ ਇੱਕ ਝੂਠ ਹੈ। ਜੇ ਤਾਂ ਇਹ ਮੇਰੇ ਮਨਾ ਤੇਰੇ ਅੰਦਰ ਦੂਜੀ ਭਾਉ ਆ, ਫਿਰ ਤਾਂ ਜਿਹੜਾ ਮਰਜ਼ੀ ਜਪ ਤਪ ਕਰ ਲੈ, ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਿੰਨਾ ਕੁਛ ਮਰਜ਼ੀ ਕਰ ਲਾ, ਪਾਤਸ਼ਾਹ ਕਹਿੰਦੇ ਉਹ ਦਰਗਾਹ 'ਚ ਪ੍ਰਵਾਨ ਨਹੀਂ ਹੈ। ਇੱਕੋ ਹੀ ਜਪ ਹੈ, ਦੂਜਾ ਨਹੀਂ। ਜਿਹੜਾ ਗੁਰਮੁਖਾਂ ਨੇ ਕੀਤਾ ਇੱਕੋ ਹੀ ਵਿਧੀ ਹੈ, ਛੂਟਣ ਕੀ ਇੱਕੋ ਹੀ ਵਿਧੀ ਹੈ, ਬਾਕੀ ਫਾਸਨ ਕੀਆਂ ਵਿਧੀਆਂ। ਜਿਵੇਂ ਪਾਤਸ਼ਾਹ ਕਹਿੰਦੇ ਫਾਸਨ ਕੀ ਵਿਧ ਸਭ ਕੋ ਜਾਣੈ,
ਛੂਟਨ ਕੀ ਇੱਕ ਕੋਈ, ਛੁੱਟਣ ਦੀ ਇੱਕ ਵਿਧੀ ਹੈ। ਦੇਖੋ ਸਾਡੇ ਇੱਥੇ ਵੀ ਰਸਤਾ ਪਾੜਿਆ ਹੋਇਆ ਕਿ ਜੀ ਰੱਬ ਨੂੰ ਹੀ ਮਿਲਣਾ, ਜਿਹੜੇ ਮਰਜ਼ੀ ਰਸਤੇ ਚਲੇ ਜਾਓ। ਫਿਰ ਤਾਂ ਤੁਹਾਡੀ ਮਰਜ਼ੀ ਹੈ ਵੀ ਜਿਹੜੇ ਮਰਜ਼ੀ ਰਸਤੇ ਚਲੇ ਜਾਓ। ਇਹ ਨਹੀਂ ਗੱਲ, ਗੁਰਬਾਣੀ ਨੇ ਕਿਤੇ ਨਹੀਂ ਕਿਹਾ। ਗੁਰਬਾਣੀ ਕਹਿੰਦੀ ਇੱਕੋ ਹੀ ਰਸਤਾ ਹੈ, ਇੱਕੋ ਹੀ ਵਿਧੀ ਲਿਖੀ ਹੈ। ਗੁਰਬਾਣੀ ਕਹਿੰਦੀ ਇੱਕ ਹੋਏ, ਇੱਕ ਵਿਧੀ ਬਣਾ, ਇੱਕ ਹੋ ਤਾਂ ਉੱਗਵ, ਫੇਰ ਉੱਗੇਗਾ, ਉਹਨਾਂ ਚਿਰ ਨਹੀਂ ਹੈ। ਫਾਸਨ ਕੀ ਵਿਧੀ ਸਭ ਕੋ ਜਾਣਾ, ਬਾਕੀ ਦਾ ਸਾਰੀਆਂ ਫਸਾਉਣ ਦੀਆਂ ਵਿਧੀਆਂ ਨੇ ਵੀ ਐਂ ਕਰ ਲਓ, ਉਹ ਕਰ ਲਓ, ਉਹ ਭਰਮ 'ਚ ਪੈ ਜਾਂਦੇ ਆ ਵੀ ਹੁਣ ਅਸੀਂ ਕਰੀਏ ਤਾਂ ਕੀ ਕਰੀਏ। ਔਰ ਜਿਹੜਾ ਜਿੱਥੇ ਲੱਗ ਗਿਆ ਉਹ ਕਹਿੰਦਾ ਵੀ ਸਹੀ ਹੈ। ਗੁਰਬਾਣੀ ਦੇ 10 ਦਾ 20 ਅਰਥ ਕਰ ਦੇਣੇ, ਹੁਣ ਉਹਨਾਂ 'ਚੋਂ ਕੀ ਪਤਾ ਲੱਗੂ ਵੀ ਕਿਹੜਾ ਅਰਥ ਸਹੀ ਹੈ ਕਿਹੜਾ ਗਲਤ ਹੈ। ਗੁਰਬਾਣੀ ਦਾ ਇੱਕੋ ਹੀ ਅਰਥ ਹੈ। ਬਾਣੀ ਦਾ ਅਰਥ ਗੁਰਬਾਣੀ ਕੀਤੀ ਹੋਈ ਹੈ। ਗੁਰਬਾਣੀ ਦੀ ਵਿਚਾਰ ਕਰਨੀ ਹੈ ਜਿਹੜੀ ਸਾਨੂੰ ਇੱਕ ਕਰੇ, ਬਸ ਦੂਜਾ ਨਾ ਕਰੇ, ਜਿਹੜੇ ਸਾਨੂੰ ਦੂਜੇ ਪਾਸੇ ਨਾ ਝਾਕਣ ਦੇਵੇ। ਗੁਰਬਾਣੀ ਕਹਿੰਦੀ ਹੈ ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰੀ ਕੰਨ। ਦੂਜੀ ਗੱਲ ਸਾਨੂੰ ਸੁਣਨ ਨੂੰ ਹੀ ਨਾ ਮਿਲੇ, ਇੱਕੋ ਹੀ ਗੱਲ ਗੁਰਬਾਣੀ ਤੋਂ ਜੋ ਸੋਝੀ ਆ ਰਹੀ ਹੈ ਜੀਵ ਉਹਨੂੰ ਮੰਨੇ, ਫੇਰ ਛੁੱਟਿਆ ਜਾਂਦਾ। ਉਹ ਹੈ ਇੱਕ ਵਿਧੀ, ਪਰ ਉਸ ਤੋਂ ਬਿਨਾਂ ਨਹੀਂ ਹੈ। ਫਾਸਨ ਕੀ ਵਿਧੀ ਸਭ ਕੋ ਜਾਣਾ, ਛੂਟਨ ਕੀ ਇੱਕ ਕੋਈ। ਇਹ ਤਾਂ ਕੋਈ ਬਿਰਲਾ ਜਾਣਦਾ। ਹੁਣ ਇਹ ਉਹ ਜਾਣ ਸਕਦਾ ਜਿਹੜਾ ਇੱਕ ਹੋਊਗਾ, ਜਿਹੜਾ ਛੁੱਟੂਗਾ, ਜਿਹੜਾ ਜਾਗੂਗਾ ਉਹਨੂੰ ਵੀ ਪਤਾ ਲੱਗਣਾ ਮੈਂ ਕਿਵੇਂ ਜਾਗ ਗਿਆ। ਕਹਿ ਕਬੀਰ ਰਾਮ ਹਿਰਦੇ ਵਿਚਾਰੈ, ਸੂਤਕ ਤਿਨ੍ਹ ਨਾ ਹੋਏ। ਕਹਿ ਕਬੀਰ, ਕਬੀਰ ਨੇ ਕੁਛ ਕਿਹਾ। ਹੁਣ ਸਾਡੀ ਦ੍ਰਿਸ਼ਟੀ ਤੋਂ ਇੱਕ ਸ਼ਰੀਰ ਕਬੀਰ ਸੀ, ਪਰ ਕਬੀਰ ਸਾਹਿਬ ਮਾਇਆ ਦਾ ਜਿਹੜਾ ਕੱਪੜਾ ਪਾਇਆ ਸੀ, ਇਹਦੇ ਅੰਦਰ ਜਿਹੜਾ ਬੋਲਦਾ ਸੀ ਉਹਨੂੰ ਕਬੀਰ ਸੰਬੋਧਨ ਕਰਦੇ ਆ ਕਿ ਤੂੰ ਕਬੀਰ ਆ। ਕਬੀਰ ਦਾ ਅਰਥ ਹੁੰਦਾ ਸਭ ਤੋਂ ਵੱਡਾ। ਕਹਿ, ਜੋ ਕਬੀਰ ਹਿਰਦੇ ਚੋਂ ਕਹਿ ਰਿਹਾ, ਭਾਵ ਕਿ ਹੁਕਮ ਜੋ ਹਿਰਦੇ ਚੋਂ ਆ ਰਿਹਾ ਉਹ ਹੈ ਰਾਮ। ਦੇਖੋ ਰਾਮ ਉਸ ਨੂੰ ਆਖਿਆ, ਰਾਮ ਤੇ ਕਬੀਰ ਇੱਕੋ ਹੀ ਨੇ। ਹਿਰਦੇ ਵਿਚਾਰ ਹੈ, ਜਿਹੜਾ ਹਿਰਦੇ 'ਚ ਇਹ ਗੱਲ ਵਿਚਾਰ ਲਵੇ, ਹਿਰਦੇ 'ਚ, ਦੇਖੋ ਹਿਰਦੇ ਦੀ ਗੱਲ ਆ ਗਈ, ਹਿਰਦੇ 'ਚ ਵਿਚਾਰਨ ਦੀ ਗੱਲ ਹੈ। ਸੂਤ ਕਿਤੇ ਨਾ ਹੋਈ, ਕਹਿੰਦੇ ਉਹਨੂੰ ਕੋਈ ਭਰਮ ਨਹੀਂ ਲੱਗ ਸਕਦਾ। ਜਿੰਨਾ ਚਿਰ ਅਸੀਂ ਦਿਮਾਗ ਨਾਲ ਵਿਚਾਰਾਂਗੇ ਉਹਨਾਂ ਚਿਰ ਸਾਨੂੰ ਕੋਈ ਨਾ ਕੋਈ ਭਰਮ ਰਹੂਗਾ ਹੀ ਰਹੂ। ਜਦੋਂ ਅਸੀਂ ਹਿਰਦੇ 'ਚ ਵਿਚਾਰਾਂਗੇ ਤਾਂ ਉੱਥੇ ਭਰਮ ਨਹੀਂ ਹੁੰਦਾ, ਕਿਉਂਕਿ ਉੱਥੇ ਸੱਚ ਹੁੰਦਾ ਹੈ। ਉੱਥੇ ਸੱਚੋ ਹੀ ਸੱਚ ਨਿਬੜਾ, ਉੱਥੇ ਹੀ ਨਿਬੜਦਾ ਸੱਚ ਵੀ ਆਹ ਹੈ ਸੱਚ। ਸੋ ਭਗਤ ਸਦਾ ਹੀ ਤੇਰੇ ਨਾਮ ਰੂਪੀ ਰਸ ਵਿੱਚ ਮਖਮੂਰ ਰਹਿੰਦੇ। ਤਾਂ ਪਾਤਸ਼ਾਹ ਨੇ ਬਚਨ ਲਿਖਿਆ, ਸਈ ਤੁਧ ਨੂੰ ਗਾਵੇ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸ। ਸਈ ਤੁਧ ਨੂੰ ਗਾਵੇ, ਦੇਖੋ ਇੱਥੇ ਗਾਵੇ, ਗਾਵ ਹੀ ਲਗਾਤਾਰ ਗਾ ਰਹੇ। ਜੋ ਤੁਧ ਭਾਵਨ, ਜਿਹੜੇ ਤੈਨੂੰ ਭਾ ਰਹੇ ਨੇ, ਉਹ ਰੱਤੇ ਨੇ, ਉਹ ਤੇਰੇ ਵਰਗੇ ਨੇ, ਉਹ ਰਸ ਲੈਂਦੇ, ਉਹਨਾਂ ਨੂੰ ਸੱਚਖੰਡ ਦੀ ਦ੍ਰਿਸ਼ਟੀ ਤੋਂ ਭਗਤ ਆਖਿਆ ਜਾਂਦਾ ਹੈ। ਭਗਤ ਤੋਂ ਵੱਡਾ ਸੱਚਖੰਡ ਵਿੱਚ ਕੋਈ ਨਹੀਂ ਹੈ, ਸਾਰੇ ਹੀ ਭਗਤ ਨੇ। ਔਰ ਮਾਇਆ ਦੇ ਵਿੱਚ ਵੀ ਸਭ ਤੋਂ ਵੱਡਾ ਭਗਤ ਹੈ, ਬਾਕੀ ਸਭ ਥੱਲੇ ਹੈ। ਜਿਵੇਂ ਪਾਤਸ਼ਾਹ ਕਹਿੰਦੇ ਆ, ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਸੋ ਹੇ ਮੇਰੇ ਮਨਾ, ਇਹ ਹੁਣ ਤੂੰ ਆਪਣੇ ਅੰਦਰ ਝਾਤੀ ਮਾਰ ਕੇ ਚੱਲ ਕਿ ਤੂੰ ਆਪਣਾ ਜੀਵਨ ਕਿਵੇਂ ਬਤੀਤ ਕਰਨਾ ਹੈ। ਗੁਰਬਾਣੀ ਤੈਨੂੰ ਬਾਰ-ਬਾਰ ਸਮਝਾ ਰਹੀ ਹੈ, ਬਾਰ-ਬਾਰ ਤੈਨੂੰ ਸੋਝੀ ਕਰਵਾ ਰਹੀ ਹੈ। ਇੱਥੋਂ ਤੱਕ ਕਿ ਅੱਜ ਦਾ ਪ੍ਰਸੰਗ ਸੀ ਜੋ ਗੁਰ ਕਿਰਪਾ ਦੁਆਰਾ ਕੀਤਾ ਗਿਆ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ